मुक़द्दस बीबी, मुझे आप ये बताएं, जब बच्चियां आपको बताती रही हैं कि मुझे 3-4 बार बच्चियां मुंह से बता रही हैं कि हमने अपनी वालिदा को बताया है, तो फिर भी आपने कोई असर नहीं लिया? मैं आपको मैडम यही कह रही हूँ, अब मेरा अभी 9 मंथ रेट हुआ है ना। वो 3-4 साल से कह रही हैं बाजी। अच्छा, उससे पूछो 3 साल क्या होते हैं, 3 महीने क्या होते हैं? भाई एक दिन भी हो तो बहुत होते हैं। उसको 3 साल का नहीं पता, मैं बता रही हूँ आपको 5-7 महीने हो गए जब मुझे पता चला। ये जो छोटी बेटी थी ना, 9 मंथ बाल काट दिया आपने, फिर भी कुछ नहीं कहा। मुझे कह रही हैं देखने को, आप खुद क्यों नहीं देखा आपने? मैंने देखे थे तो उसको बोलना था आपने। मैंने पूछा था, वो कह रहे तुम हॉस्पिटल थी, उसके जुए सर में पड़ गई थी ना, तो इसलिए फिर टिंड कर। उसकी जुर्रत कैसे हुई ना बच्चियों के सर के बालों को हाथ लगाने की? इतनी जुर्रत क्यों दी थी आपने? जब कमा कर ला कर नहीं देता, जब आपका ख्याल नहीं रखता, जब आपको आपकी सेहत का ख्याल नहीं है, जब उसकी औलाद का ख्याल नहीं है, आप किस बात का ख्याल कर रही थी? बच्चियों की इज्जत खराब कर दी आपने। हर टाइम ते मैं दबका धमकियां ते मरोड़दा रहंदा सी हर टाइम ते। मैडम जी मेरा कहने का मकसद ये है कि जब वो एक बंदा चाहे 3 माह हो चाहे 3 साल हो, जब बच्चियां कह रही हैं कि हमारे साथ ऐसे कर रहा है, वो चलो मन गलत कितनी को बातें बना लेंगी। जब वो बता रही है कि हमारे साथ इस तरह कर रहा है, चाहे 1 महीना ही पहले हो, बीमार तो सारे ही होते हैं, तो इसका मतलब ये है कि आप हक के लिए बोले ही ना। वो मार कर आपकी बच्चियों को कहीं फेंक देता तो फिर भी आपने ऐसे लेट जाना था। लेट होया हुण इस वे तो खज्जल नहीं पई ना बाजी। अगर तुसी पहले कोई कदम ले लेंदे ना खज्जल भी ना होना पैंदा, सेहत भी सही रहंदी। मेरी वालदा फौत होई सी, मैनूं उदों भी मेरे टाइम दी टाइम आंदा है, जनाजा गया ते मैनूं घर लै तुर गया, मैनूं ना किते बहन दिंदा सी, ना किते खिलाउंदे, किसे पासे मैनूं लै के नहीं सी जांदा। ओदी ते ओ निबेड़ लेगा ना, ओदे नाल ते जो हुण पुलिस करेगी या जो इंसाफ मिलेगा हुण जो भी होएगा, लेकिन सब तो पहले गलती तुहाडी है। मेरी गलती नहीं, मैनूं मार ਤੁਸੀਂ ਬੱਚਿਆਂ ਨੂੰ ਖੁੱਲੇਆਮ ਘਰ ਛੱਡ ਕੇ ਜਾ ਰਹੇ ਹੋ, ਜਿਹੜਾ ਗੈਰ ਮਹਿਰਮ ਹੈ। ਇੱਕ ਮੁੰਡਾ ਘਰ ਰਹਿ ਰਿਹਾ, ਇੱਕ ਉਹਨਾਂ ਦਾ ਫਰਦ ਘਰ ਰਹਿ ਰਿਹਾ ਜਿਹਨੂੰ ਪਿਓ ਕਹਿ ਰਹੀਆਂ ਨੇ, ਜਿਹੜਾ ਅਸਲ ਵਿੱਚ ਹੈਗਾ ਹੀ ਨਹੀਂ। ਜਿਹੜਾ ਤੁਹਾਡੇ ਨਾਲ ਨਹੀਂ ਠੀਕ ਹੈ, ਉਹ ਬੱਚਿਆਂ ਨਾਲ ਕਿਸ ਤਰ੍ਹਾਂ ਠੀਕ ਹੋ ਸਕਦਾ ਹੈ? ਮੈਂ ਸਮੋਂ ਤੇ ਮਹਿਸੂਸ ਹੀ ਸੀ ਆਉਣ ਦਿੰਦਾ, ਪਤਾ ਨਹੀਂ ਸੀ ਆਇਆ। ਜਦੋਂ ਉਹਨਾਂ ਨੇ ਮਹਿਸੂਸ ਕਰਿਆ, ਤੁਸੀਂ ਉਦੋਂ ਵੀ ਕੀ ਕਰ ਲਿੱਤਾ? ਰੋਈ ਪਿੱਟੀ ਸ਼ਬਸ ਕਿਹਾ ਸੀ ਤੇ ਤੁਸੀਂ ਹੁਣ ਮਾਫੀ ਸਮਝ ਕੇ ਤੁਸੀਂ ਹੁਣ ਮਾਫ ਕਰ ਦਿੱਤਾ। ਕੁਰਾਨ ਤੇ ਨੇ ਹੱਥ ਮਾਵਾਂ ਇਸ ਤਰ੍ਹਾਂ ਨਹੀਂ ਕਰਦੀਆਂ ਬਾਜੀ। ਹੁਣ ਤੁਹਾਡੇ ਨਾਲ ਹਮਦਰਦੀ ਨਹੀਂ ਹੈਗੀ ਬਿਲਕੁਲ ਵੀ। ਤੁਹਾਡੀ ਤਬੀਅਤ ਠੀਕ ਨਹੀਂ ਹੈਗੀ, ਅੱਲਾਹ ਤਾਲਾ ਤੁਹਾਨੂੰ ਸਿਹਤ ਦੇਵੇ, ਲੇਕਿਨ ਹੁਣ ਤੁਹਾਡੇ ਨਾਲ ਬਿਲਕੁਲ ਹਮਦਰਦੀ ਨਹੀਂ ਹੈਗੀ। ਉਹਨਾਂ ਬੱਚਿਆਂ ਨਾਲ ਹਮਦਰਦੀ ਹੈ, ਜਿਹਨਾਂ ਨਾਲ ਸੋਚ ਕੇ ਮੇਰੇ ਦਿਲ ਨੂੰ ਕੁਛ ਹੋ ਰਿਹਾ। ਉਹਦਾ ਮੈਂਟਲੀ ਦਿਮਾਗ ਠੀਕ ਨਹੀਂ ਹੈ। 2 ਸਾਲ ਪਹਿਲੇ ਸਾਨੂੰ ਪਤਾ ਚੱਲਿਆ, ਠੀਕ ਹੈ, ਉਦੋਂ ਇਹਨੇ ਸਾਡੇ ਨਾਲ ਗੱਲ ਕੀਤੀ। ਬਾਜੀ ਇਹਦੇ ਪਾਪਾ ਨੇ ਥੋੜੀ ਸਾਰੀ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ ਹੈ। ਸਾੜੀ ਦਾ ਕੀ ਮਤਲਬ ਹੁੰਦਾ ਹੈ? ਗਲਤ ਹਰਕਤ ਮਤਲਬ ਗਲਤ ਹਰਕਤ ਨਹੀਂ, ਇਸ ਤਰ੍ਹਾਂ ਦੇ ਲਫ਼ਾਜ਼ ਕੀਤੇ ਨੇ ਨਾ ਥੋੜੀ ਸਾਰੀ। ਮੈਂ ਪੁੱਛਿਆ ਕੀ ਹੋਇਆ, ਮੈਂ ਤੇ ਮੇਰੀ ਮਸ਼ੀਰਾ ਛੋਟੀ ਅਸੀਂ ਬਾਜ਼ਾਰ ਗਏ ਸਾਂ, ਘਰ ਆਈਆਂ ਤੇ ਜ਼ਾਰਾ ਦੇ ਹਾਲਾਤ ਠੀਕ ਨਹੀਂ ਲੱਗੇ। ਮੈਂ ਪੁੱਛਿਆ ਤੇ ਜ਼ਾਰਾ ਨੇ ਕਿਹਾ ਅੱਬੂ ਨੇ, ਤੇ ਮੈਂ ਕਿਹਾ ਹੁਣ ਅਸੀਂ ਇਹਨਾਂ ਨਾਲ ਗੱਲ ਕਰਨ ਆਉਣ ਲੱਗਿਆ, ਸਾਡੇ ਤੋਂ ਬਰਦਾਸ਼ਤ ਤੋਂ ਗੱਲ ਬਾਹਰ ਹੋ ਗਈ ਹੈ। ਬਾਜੀ ਉਹ ਪੈਸੇ ਵਾਲੇ ਨੇ, ਭਾਈ ਨੂੰ ਕੋ ਤੁਹਾਨੂੰ ਨੁਕਸਾਨ ਦੇਣਗੇ ਜਾਂ ਮੈਂ ਬੱਚੇ ਲੈ ਕੇ ਕਿੱਥੇ ਜਾਵਾਂਗੀ? ਮੈਂ ਕਿਹਾ ਇਸ਼ੂ ਨਹੀਂ ਹੈ, ਇਹਨੇ ਜ਼ਿਆਦਤੀ ਕੀਤੀ ਹੈ, ਕਰਨ ਵਾਲੀ ਨਹੀਂ ਕੀਤੀ, ਸਾਨੂੰ ਇਸ ਗੱਲ ਤੇ ਇਸ਼ੂ ਲੈਣ ਦੇ। ਇਹਨੇ ਕਿਹਾ ਬਾਜੀ ਕੋਈ ਗੱਲ ਨਹੀਂ, ਜੋ ਵੀ ਹੋ ਗਿਆ ਨਾ ਇੰਦਾ ਬਸ ਉਹਨੇ ਕੁਰਾਨ ਦਾ ਨਿਆਂ ਦਿੱਤਾ, ਮੈਂ ਇਸ ਮਸਲੇ 'ਚ ਨਹੀਂ, ਤੁਸਾਂ ਨਹੀਂ ਆਣਾ, ਤੁਹਾਡੇ ਜ਼ਿਆਦਾ ਖਿਲਾਫ ਹੈ। ਮੈਂ ਕਿਹਾ ਚਲੋ ਠੀਕ ਹੈ। ਕੋਈ ਸਾਡਾ ਲੈਣ ਦੇਣ ਦਾ ਕਿਸੇ ਮੁਕੱਦਸ ਨੇ ਕੀ ਕੀਤਾ? ਅਗਰ ਤੁਹਾਨੂੰ ਮਨਾ ਕਰਤਾ, ਉਹਨੇ ਕੀ ਕੀਤਾ? ਕੁਛ ਵੀ ਨਹੀਂ ਕੀਤਾ। ਉਹਨੇ ਸੁਲਾ ਬੰਦੇ ਨਾਲ ਘਰ ਹੀ ਸੀ, ਉੱਥੇ ਹੀ ਉਹਨੇ ਗੱਲ ਰਫਾ ਦਫਾ ਕਰਕੇ ਤੇ ਆਪਣੇ ਘਰ ਬਿਲਕੁਲ ਸਾਡਾ ਆਣਾ ਜਾਣਾ ਖਤਮ ਕੀਤਾ ਤੇ ਆਪਣੇ ਘਰ ਗੁਜ਼ਾਰਾ ਕਰ ਦਿੱਤਾ। ਬੱਚਿਆਂ ਦੀ ਮਾਸੂਮੀਅਤ ਖਤਮ ਕਰਦਾ ਪਿਆ ਸੀ। ਕਰ ਦਿੱਤੀ ਹੈ, ਕਰ ਦਿੰਦਾ ਨਹੀਂ, ਕਰ ਦਿੱਤੀ ਹੈ। ਸਾਰਾ ਦਿਨ ਆਪਣੀਆਂ 6 ਬੱਚੀਆਂ ਹਨ, ਜਿਹੜੀਆਂ 2 ਸ਼ਾਦੀशुदा ਹਨ, 2 ਬਾਅਦ 'ਚੋਂ ਨੇ ਵਿਆਹੀਆਂ ਨੇ, ਠੀਕ ਹੈ, 6 ਬੱਚੀਆਂ ਨੇ। ਸਾਰਾ ਦਿਨ ਸਾਰਾ ਮੁਹੱਲਾ ਸਾਰੇ ਉਹਨਾਂ ਦੇ ਖੁਦ ਦੇ ਰਿਸ਼ਤੇਦਾਰ ਇਹ ਗੱਲ ਕਹਿਣਗੇ, ਸਾਰੀ ਦਿਹਾੜੀ ਬੱਚੀਆਂ ਇਸ ਤਰ੍ਹਾਂ ਕੰਮ ਕਰਦੀਆਂ ਹਨ ਜਿਵੇਂ ਕੋਈ ਕੰਮ ਵਾਲੀਆਂ ਵੀ ਨਹੀਂ, ਘਰ ਦੇ ਕੰਮ ਕਰਦੀਆਂ, ਜਿਹੜੇ ਇਹਨਾਂ ਦੀ ਉਮਰ ਵੀ ਨਹੀਂ ਸੀ ਹਜੇ ਕੰਮ ਕਰਨ ਦੀ, ਠੀਕ ਹੈ। ਹੁਣ ਵੀ ਸਾਨੂੰ ਨਹੀਂ ਸੀ ਪਤਾ ਲੱਗਣਾ। 9 ਮੁਹਰਮ ਵਾਲੇ ਦਿਨ ਰਾਤ ਨੂੰ ਇਹਦੀ ਬੇਟੀ 3 ਵਜੇ ਫੌਤ ਹੋਈ। ਇਹਨੇ ਫੋਨ ਕੀਤਾ, ਬਾਜੀ ਮੇਰੀ ਬੇਟੀ ਫੌਤ ਹੋ ਗਈ ਹੈ। ਅਸੀਂ ਸਾਰੇ ਤਿਆਰ ਹੋਏ ਹਾਂ, ਇੱਥੋਂ ਚੱਲੇ ਹਾਂ, ਸਾਨੂੰ ਫੋਨ ਆ ਗਿਆ ਰਸਤੇ ਵਿੱਚੋਂ, ਤੇ ਅਗਰ ਤੁਸੀਂ ਮੇਰੇ ਘਰ ਆਏ ਤੇ ਮੈਂ ਤਮਾਸ਼ਾ ਬੜਾ ਲਾਵਾਂਗਾ, ਤੁਸੀਂ ਇੱਥੋਂ ਹੀ ਵਾਪਸ ਚਲੇ ਜਾਓ। ਅਸੀਂ ਕਿਹਾ ਮਸਲਾ ਤਮਾਸ਼ਾ ਲਾਉਣ ਦਾ, ਸਾਡੀ ਭੈਣ ਬਿਮਾਰ ਹੈ, ਆਪਰੇਸ਼ਨ ਹੋਇਆ ਵੇ, ਬੱਚੀ ਫੌਤ ਹੋ ਗਈ, ਅੱਜ ਤੋਂ ਸਾਲ ਪਹਿਲਾਂ ਬੱਚੀ ਫੌਤ ਹੋਈ ਹੈ, ਉਦੋਂ ਵੀ ਨਹੀਂ ਸਾਨੂੰ ਵੜਨ ਦਿੱਤਾ, ਇਸ ਵਜ੍ਹਾ ਤੋਂ ਹੀ ਵੜਨ ਨਹੀਂ ਸੀ ਦਿੰਦਾ। ਤੇ ਸਾਲ ਬਾਅਦ ਦੁਬਾਰਾ ਬੱਚੀ ਹੋਈ ਹੈ, ਕੀ ਜ਼ਰੂਰਤ ਪਈ ਸੀ? ਜ਼ਰੂਰਤ ਉਹਨੂੰ ਪਈ ਸੀ ਨਾ, ਇਹਨੂੰ ਤੇ ਨਹੀਂ ਜੀ। ਅਗਰ ਕਹਿਣਾ ਨਹੀਂ ਮੰਨਦੀ ਤੇ ਮਾਰਨਾ, ਜ਼ੁਲਮਾਂ ਦੀ ਇੰਤਹਾ ਹੈ। ਉਹਨੇ ਚੁੱਪ ਕੀਤੀ, ਨਹੀਂ ਦੱਸਿਆ ਰਿਹਾ ਸਨ, ਠੀਕ ਹੈ। ਉਸ ਤੋਂ ਬਾਅਦ
ਇਹ ਵਜ੍ਹਾ ਸਾਨੂੰ ਹੁਣ 9 ਮੁਹੱਰਮ ਵਾਲੇ ਦਿਨ ਉਹਦੀ ਬੇਟੀ ਜਿਹੜੀ ਹਸਪੀਟਲ ਜਿਹੜੀ ਫੌਤ ਹੋ ਗਈ ਹੈ ਉੱਥੇ ਉਹਨੇ ਆਪਣਾ ਨੂੰਹ ਤੇ ਬੇਟਾ ਰੱਖਿਆ ਹੋਇਆ ਵੇ ਤੇ ਤੁਸੀਂ ਇਹਦੇ ਕੋਲ ਰਹਿਣਾ। ਇਹਨੂੰ ਛੁੱਟੀ ਕਰਵਾ ਕੇ ਘਰ ਲੈ ਕੇ, ਛੋਟੀ ਮੇਰੀ ਮਸ਼ੀਰਾ ਉਸ ਟਾਈਮ ਉੱਥੇ ਮੌਜੂਦ ਹੈ, ਠੀਕ ਹੈ, ਉਹ ਤੇ ਦੋਵੇਂ ਬੈਠਕ ਵਿੱਚ ਲੇਟੀਆਂ ਹੋਈਆਂ ਨੇ। ਇਹਨੇ ਇਮਾਨ ਨੂੰ ਜਿਹੜੀ ਸਭ ਤੋਂ ਛੋਟੀ 10 ਸਾਲਾ ਬੇਟੀ ਹੈ ਉਹਨੂੰ ਕਿਹਾ ਛੱਤ ਤੇ ਜਾ ਕੇ ਛੋਟੀਆਂ ਭੈਣਾਂ ਨੂੰ ਜਾ ਕੇ ਸਵਾ ਕੇ ਆ, ਨੀਚੇ ਗਰਮੀ ਬੜੀ ਹੈ। ਬੈਠਕ 'ਚ ਇਹ ਲੇਟੀ ਗਏ, ਹਾਲ ਦੇ ਵਿੱਚ ਉਹਦੀ ਪਹਿਲੀ ਬੇਬੀ ਉਹਦੀਆਂ ਬੱਚੀਆਂ ਉਹ ਲੇਟੇ ਨੇ, ਠੀਕ ਹੈ। ਇਹਨੂੰ ਇਹ ਸੀ ਉਹ ਵੀ ਹਾਲ 'ਚ ਲੇਟਿਆ ਹੋਇਆ। ਇਹ ਦਰਿੰਦਾ ਉੱਪਰ ਗਿਆ 3 ਵਜੇ ਨਾਲ ਜਾ ਕੇ ਬੱਚੀ ਨਾਲ ਜ਼ਿਆਦਤੀ ਕਰਕੇ ਜਦੋਂ ਟੈਲੀਫੋਨ ਆਇਆ ਫੌਤਗੀ ਦਾ ਫੌਰੀ ਤੌਰ ਤੇ ਨੀਚੇ ਆਇਆ, ਨਹਾਇਆ, ਨਹਾ ਕੇ ਅੱਗੋਂ ਬੱਚੀ ਨੂੰ ਫੜਨ ਵਾਸਤੇ ਜਦੋਂ ਗਿਆ, ਇਹ ਬੱਚੀ ਜਦੋਂ ਨੀਚੇ ਆਈ ਇਹਨੇ ਕਿਹਾ ਇਮਾਨ ਮਾਤਮਾ ਤੇਰੀ ਮਸ਼ੀਰਾ ਦੀ ਤਬੀਅਤ ਨਹੀਂ ਠੀਕ ਹੈ, ਤੇਰੇ ਪਾਪਾ ਕਹਿੰਦੇ ਨੇ ਕੁਰਾਨ ਪਾਕ ਪੜ੍ਹ। ਉਹਨੇ ਕਿਹਾ ਇਹਨੂੰ ਛੱਡ ਦੇ ਕੁਰਾਨ ਪਾਕ ਨੂੰ ਤੇ ਤੂੰ ਫਟਾਫਟ ਮੰਜੀਆਂ ਬਿਸਤਰੇ ਸਾਈਡ ਤੇ ਕਰ, ਭੈਣ ਦੀ ਤਬੀਅਤ ਨਹੀਂ ਠੀਕ, ਫੌਤ ਹੋ ਗਈ ਹੈ, ਫੌਤ ਹੋ ਗਈ ਲਿਆ ਕੇ ਬੱਚੀ। ਜਦੋਂ ਇਹਨੇ ਇਮਾਨ ਦੀ ਸ਼ਕਲ ਵੇਖੀ, ਅੱਖਾਂ ਦੇ ਹਲਕੇ ਪਏ ਨੇ, ਮੂੰਹ ਤੇ ਸਵਾਲਿੰਗ ਹੋਈ ਗਏ। ਇਹਨੇ ਫਿਰ ਇਮਾਨ ਨੂੰ ਪੁੱਛਿਆ ਤੇ ਇਮਾਨ ਕੀ ਹੋਇਆ? ਫਿਰ ਇਮਾਨ ਨੇ ਦੱਸਿਆ ਮਾਮਾ ਜੀ ਕੁਝ ਨਹੀਂ ਹੋਇਆ। ਬੱਚੀ ਦਾ ਜਨਾਜ਼ਾ ਕਰਵਾ ਕੇ ਫਿਰ ਇਹਨੇ ਇਮਾਨ ਨੂੰ ਬਾਹ ਕੇ ਚੈੱਕ ਕੀਤਾ, ਮਾਂ ਸੀ ਆਹਰ, ਇਹਦਾ ਮੈਂਟਲੀ ਤੌਰ ਤੇ ਦਿਮਾਗ ਨਹੀਂ ਸੈੱਟ, ਬੇਸ਼ੱਕ ਟੈਸਟ ਕਰਾਓ। ਜਦੋਂ ਇਹਨੇ ਸ਼ਲਵਾਰ ਬੱਚੀ ਦੀ ਵੇਖੀ ਹੈ ਤਾਂ ਖੂਨ ਨਾਲ ਲਿਬੜੀ ਹੋਈ ਹੈ। ਫਿਰ ਇਹਨੂੰ ਪਤਾ ਚੱਲਿਆ, ਫਿਰ ਇਹਨੇ ਬੱਚੀ ਨੂੰ ਪੁੱਛਿਆ ਤੇ ਫਿਰ ਇਹਨੇ ਸਾਨੂੰ, ਅਸੀਂ ਇੱਥੇ ਹੀ ਬੈਠੇ ਹੋਏ ਹਾਂ ਤੇ ਸਾਨੂੰ 3 ਵਜੇ ਇਹਨੇ ਦੁਪਹਿਰੀ ਫੋਨ ਕੀਤਾ ਤੇ ਰੋਈ ਜਾਣ ਦੀ ਉੱਚੀ ਉੱਚੀ ਚੀਕੋ ਪਕਾਰਨਾ। ਮੈਂ ਪੁੱਛਿਆ ਕੀ ਮਸਲਾ ਹੈ? ਇਹਨੇ ਕਿਹਾ ਬਾਜੀ ਅੱਜ ਤੋਂ ਪਹਿਲੇ ਵੀ ਇਹ ਮਸਲਾ ਹੋਇਆ ਤੇ ਮੈਂ ਆਪਣੇ ਘਰ ਵਾਸਤੇ ਚੁੱਪ ਕਰ ਗਈ ਹਾਂ, ਹੁਣ 10 ਸਾਲਾ ਮੇਰੀ ਬੇਟੀ ਦੇ ਨਾਲ ਇਹਨੇ ਜ਼ੁਲਮ ਕੀਤਾ ਤੇ ਮੇਰੇ ਜ਼ੁਲਮ ਦੀ ਇੰਤਹਾ ਹੋ ਗਈ ਹੈ ਤੇ ਹੁਣ ਮੈਂ ਇੱਥੇ ਰਹਿਣਾ ਨਹੀਂ ਚਾਹੁੰਦੀ। ਅਸੀਂ ਉਸੇ ਟਾਈਮ ਉੱਥੇ ਗਏ ਹਾਂ, ਜਾ ਕੇ ਅਸੀਂ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ, ਆਪਣੀ ਮਸ਼ੀਰਾ ਨੂੰ ਫੜਿਆ, ਬੱਚੀ ਨੂੰ ਫੜਿਆ। ਅਸੀਂ ਉਹਨੇ ਪੁੱਛਿਆ ਕਿੱਧਰ ਆਏ ਹੋ? ਮੈਂ ਕਿਹਾ ਬਗੈਰਤ ਇਨਸਾਨ, ਤੈਨੂੰ ਨਹੀਂ ਪਤਾ ਅਸੀਂ ਕਿੱਧਰ ਆਏ ਹਾਂ? 5 ਸਾਲ ਹੋ ਚੱਲੇ ਨੇ, 6 ਤੋਂ ਸਾਨੂੰ ਵੜਨ ਨਹੀਂ ਦਿੱਤਾ ਤੇ ਅੱਜ ਅਸੀਂ ਵੜੇ ਹਾਂ ਤੇ ਤੈਨੂੰ ਨਹੀਂ ਪਤਾ ਅਸੀਂ ਕਿਹਦੇ ਵਾਸਤੇ ਵੜੇ ਹਾਂ, ਠੀਕ ਹੈ? ਤੈਨੂੰ ਖੁਦ ਪਤਾ ਹੋਣਾ ਚਾਹੀਦਾ ਤੇ ਅਸੀਂ ਕਾਹਦੇ ਵਾਸਤੇ ਇੱਥੇ ਆਏ ਹਾਂ। ਇਹਨਾਂ ਬੱਚੀਆਂ ਦਾ ਪਿਓ ਕੋਈ ਨਹੀਂ ਸੀ, ਤੈਨੂੰ ਅਸੀਂ ਪਿਓ ਬਣਾਇਆ ਸੀ। ਉਹ ਜ਼ੁਲਮਾਂ ਦੀ ਇੰਤਹਾ ਖਤਮ ਕਰ ਦਿੱਤੀ। ਅਸੀਂ ਥਾਣੇ ਗਏ, ਉਸੇ ਟਾਈਮ ਬੱਚੀਆਂ ਦੇ ਬਿਆਨ ਹੋਏ ਨੇ, ਡਾਲਾ ਪੁਲਿਸ ਦਾ ਗਿਆ, ਉਹਨੂੰ ਫੜ ਕੇ ਲਿਆਂਦਾ। ਉਹਨੇ ਇਕਰਾਰ ਮੇਰੇ ਸਾਹਮਣੇ ਬਹਿ ਕੇ ਕੀਤਾ, SHO ਦੇ ਸਾਹਮਣੇ ਬਹਿ ਕੇ। ਜਦੋਂ ਮੇਰੀ ਮਸ਼ੀਰਾ ਨੇ ਕਿਹਾ, ਉਹਨੇ ਕਿਹਾ ਇਹਨੇ ਆਪਣੇ ਭਰਾ ਤੇ ਵੀ ਇਲਜ਼ਾਮ ਲਾਇਆ, ਇਹਨੇ ਆਪਣੇ ਪੁਰਾਣੇ ਦਿਓਰ ਤੇ ਵੀ ਇਲਜ਼ਾਮ ਲਾਇਆ ਵੇ ਤੇ ਇਸ ਤਰ੍ਹਾਂ ਮੇਰੀ ਬੱਚੀ ਨਾਲ ਜ਼ਿਆਦਤੀ ਕਰਦੇ ਰਹੇ ਨੇ, ਠੀਕ ਹੈ। ਉਹਨੇ ਕਿਹਾ ਮੈਂ ਜ਼ਿਆਦਤੀ, ਮੈਂ ਕਿਹਾ ਸੀ ਮੇਰੀ ਬੱਚੀ ਜਵਾਨ ਹੁੰਦੀ ਹੈ, ਮੈਂ ਆਪਣੇ ਭਾਈਆਂ ਦੀ, ਤੇਰੀਆਂ 6 ਸਾਂਭਣ ਨਹੀਂ ਤੇ ਮੇਰੀਆਂ 2 ਬੱਚੀਆਂ ਦੀ ਇੱਥੇ ਜਗ੍ਹਾ ਕੋਈ ਨਹੀਂ ਹੈ, ਮੈਂ ਕਿਸੇ ਤੇ ਨਹੀਂ ਹੈ ਜ਼ਿੰਮੇਵਾਰੀ ਸਾਂਭ ਸਕਦੀ, ਨਾ ਮੈਂ ਕਿਸੇ ਤੇ ਯਕੀਨ ਕਰ ਸਕਦੀ ਹਾਂ। ਇਹ ਬਗੈਰਤ ਨੇ ਉਸ 9 ਮੁਹੱਰਮ ਵਾਲੇ ਦਿਨ ਰਾਤ ਨੂੰ 3 ਵਜੇ ਵਾਕਿਆ ਕੀਤਾ ਵੇ। क्या लगती हैं आप? इनकी छोटी मशीरा होगी। मुझे आप बताएं, आपको क्या पता चला? मुझे ये पता चला है कि जिस दिन इनकी 9 मुहर्रम को बेटी फौत हुई उस दिन इनके मैं घर गई हूँ, ठीक है। इनकी बेटी का जनाजा हो चुका है मेरे जाते से, तो इनके साथ इनकी ये बेटी जो है इनकी टांगें दबा रही थी, ठीक है। इसकी टांगें दबा रही थी? अच्छा, वालदा की। बच्ची की मुझे हालत नहीं ठीक लगी देख के। मैंने कहा हलीमा बेटा आपको क्या मसला है? इसने बोला खाला जान कुछ मतलब। आपने देखा, माँ को फिर भी पता नहीं चला था? ठीक है। माँ ने भी पूछा कि बेटा क्या मसला है? इसने बोला मामा कुछ नहीं, मुझे फीवर हो रहा है, मुझे फीवर हो रहा है। मैंने कहा बेटा मुझे आपकी तबीयत नहीं ठीक लग रही है, आपको क्या मसला मुझे आप बताओ, मैं आपकी खाला हूँ, मुझे बताओ। मैं इसको रूम में ले गई, मैंने कहा बेटा मुझे बताओ क्या? कहती खाला कुछ भी नहीं, खाला कुछ भी नहीं, ठीक है। इसका वालद जो बगैरत इंसान, जानवर से भी बदतर है, बाप कहने के वो कहलाने के लायक नहीं है, ठीक है। बिल्कुल भी नहीं है। वालिद क्या होता है? हलीमा बेटा बाहर आ जाओ मेरे पास, हलीमा बेटा बाहर आ जाओ। मैंने बोला आप बाहर जाए अभी। मैं बेटी से कोई सवाल जवाब करने लगी, फिर ये बाहर आ गई। उसने बोला आंसर बेटा आपको कोई मसला हो रहा है? उसको मैंने बाहर बुला रहा हूँ, आंखें निकाली, बच्ची सहम की काम ना इस तरह शुरू हो गई हो, ठीक है। मैंने बच्ची को गले लगाया कि बेटा आपको क्या मसला है, मुझे बताओ, ठीक है। वो बाहर चला गया। मैंने उनसे गुस्से के साथ बात की कि आप बाहर जाइए, अभी आप कमरे में नहीं रुके, मुझे उनके साथ माइंड बात करनी, ठीक है। वो बाहर चलेगी। मेरी रिक्वेस्ट ने कहा मुझे बताओ बेटा क्या मसला है? इसने बोला खाला मेरे साथ रात को ये वाक़या हुआ है। देखे वो बगैरत इंसान, गधा, जानवर से भी बदतर है। बेटी को दफना के आया तो चाहे सुतेली बेटी है, आपने भी तो उसके घर में बेटी है थी ना मौजूद, उनके साथ कर लेता, वो भी तो उधर ही मौजूद थी, उनके साथ क्यों नहीं रेप किया? इसके साथ उसने रेप किया, ठीक है। मुझे इसकी हालत, इसके जो ये हल्के पड़ गया, मुझे देख के पता चल गया, ठीक है। मैंने कहा बेटा मुझे एक बार बता दो, मैं किसी से कोई बात नहीं करूँगी। वो चिल्लाना शुरू हो गई, ठीक है। मेरी गोदी में लेट के खाला मुझे इस तरह अबू ने किया रात को, मैंने मामा को नहीं बताया, मामा की तबीयत नहीं ठीक, मामा का ऑपरेट हुआ, मामा मर जाएगी हमारे। मैंने कहा बेटा मेरे साथ बात शेयर करो, मैं आपसे पूछ रही हूँ कि मुझे बताओ ये क्या मसला बना। कहते अबू ने मेरे साथ इस तरह किया। मैंने बोला मुझे अपने कपड़े दिखाओ। जब मैंने देखा तो मेरी क़यामत ना आई। देखा नहीं गया कि ये क्या, वो छोटा सा ये फूल है गुलाब का, इतना मासूम, इसके साथ इतनी जबरदस्ती कैसे हो सकती है, ठीक है। मैंने उसको फील नहीं होने दिया कि मुझे ये सब कुछ पता चल चुका है, ठीक है।
इन्होंने मुझे बोला इधर हो, मैंने कहा नहीं अब हाथ खत्म होगी बर्दाश्त की, ठीक है। आज से 2 साल पहले मुझे पता चला कि ये ज़ारा के साथ काम हुआ, आपने कोई एक्शन नहीं लिया अपना घर बचाने के लिए, लेकिन अब हाथ खत्म होगी बर्दाश्त की। अपनी बेटियों को देखो, आप अपना घर ना देखो, हम जितने जगह हम साथ देंगे, आप ही आ जाओ, ठीक है। मैं उधर से वापस फिर आ चुकी हूँ, ठीक है। उसके बाद इनका फ़ोन आया, जो हुआ ये इनको पता, मुझे नहीं पता, लेकिन ये मेरी आपियों को आने नहीं था देता घर, मेरे भाइयों को किसी को नहीं मिलने देता था। मेरी अम्मी फोत तो ये टाइम के टाइम लेके आया इसको, ये इंसान पर कह रहे थे इसको ले गया, ठीक है। मेरी निकाह था, मेरी 8 दिन बाद मेरी शादी हो गई थी, क्योंकि मेरी अम्मी ने रिश्ता किया हुआ था इधर, ठीक है। तो मैंने इधर निकाह के लिए हाँ कर दी, मेरी शादी हो गई, अल्लाह का शुक्र मैं खुश हूँ अपने घर में, ठीक है। लेकिन इनकी परेशानी से मेरी माँ दुनिया से चले गई, ठीक है। ये जो बच्ची ज़ारा थी हमने पाल पोस के बड़ी की, ठीक है, क्योंकि ये इनके पहले शोहर में से ये 2 बेटियाँ थी, ये दे दी थी, ये उधर से हम वापस लेके आए, ठीक है। इतने प्यार से पाला पोसा, ये मेरे भाई की वो बेटी के हिलाइजा दी, अगर कहा है ना, छोटी सी थी जब हमने इनको रखा था, इस के साथ हमने शादी की थी, ठीक है। मैं कहती मेरा ज़मीन ने गवारा दे रहा कि मैं किस तरह ये बयान करूँ, मैं हिम्मत नहीं हो रही। लेकिन आपसे रिक्वेस्ट है कि आप हमारी हेल्प करें, उसको फांसी देनी चाहिए, बस उसको हमें ये इंसाफ चाहिए, वो बचना नहीं चाहिए।